ਤੁਸੀਂ ਜਾਓ अर्जी नवीसा को चले जाने आ काम कराने, हाँ हो जूगा, ले फड़ा लिख के कट 200 रुपया पैसे ले ले। फिर ऐ करें हुण एक आप कागज भी लें, एक आ भी लें, एक आ भी लें, और तुसीं जोर ला लो सोनू करे ਉਹਦੇ हथ नाल लिख के नहीं देऊगा भी आ कागज चाहिए। छोटे ਜਿਹੇ ਪਿੰਡ ਦੇ ਵਿੱਚੋਂ ਘੱਟੋ ਘੱਟ ਜੇ ਜ਼ਿਆਦਾ ਨਹੀਂ ਤਾਂ 15 ਤੋਂ 20 ਬੰਦੇ ਰੋਜ਼ ਦਫ਼ਤਰਾਂ 'ਚ ਜਾਂਦੇ ਨੇ, ਔਰ 15 ਤੋਂ 20 ਦੇ ਵਿੱਚੋਂ ਇੱਕ ਜਾਂ ਦੋ ਦਾ ਕੰਮ ਹੁੰਦਾ, ਬਾਕੀ 20 ਮੁੜੇ ਆਉਂਦੇ ਨੇ। ਹੁਣ ਤੁਸੀਂ ਉਹਦੀ ਕੀਮਤ ਦੇਖ ਲਓ ਵੀ ਕਿੰਨਾ ਕੁ ਪੈ ਗਿਆ, 8-10 ਹਜ਼ਾਰ ਦੀਆਂ ਦਿਹਾੜੀਆਂ ਮੁੱਲ ਹੋ ਗਈਆਂ। ਇਹ ਵੀ ਚੇਪਤਾ। ਤੇ ਇੱਥੇ ਇਹਨਾਂ ਨੇ ਲਿਖਿਆ ਸਿਗਨੇਚਰ ਦੀ ਆਇਡੈਂਟੀਫਿਕੇਸ਼ਨ ਨਾਲ ਬਕਾਇਦਾ ਲਿਖਿਆ ਕਾਪੀ ਕੰਪਲੀਟ, ਉੱਥੇ ਫਾਈਲ ਫੜਾਓ ਵੀ ਆ ਚੱਕੋ। ਬੰਦਾ ਅੱਕ ਜਾਂਦਾ ਹੈ, ਬੰਦਾ ਇੱਕ ਗੇੜਾ ਲਾਇਆ, ਦੋ ਗੇੜਾ ਲਾਇਆ, ਲੱਗਦਾ ਵੀ 400 ਮੈਂ 2000 ਰੁਪਏ ਮੰਗ ਰਿਹਾ, 800 ਰੁਪਏ ਦੀ ਮੈਂ ਦਿਹਾੜੀਆਂ ਖਰਾਬ ਕਰਤੀਆਂ, ਹਲੇ ਇਹਨਾਂ ਨੇ ਨਹੀਂ ਪਤਾ ਵੀ ਕਿੰਨਾ ਕਰਨਗੇ। ਦਰਸ਼ਕੋ, ਜਦੋਂ ਤੁਸੀਂ ਕਿਸੇ ਸਰਕਾਰੀ ਦਫ਼ਤਰ ਜਾਂਦੇ ਹੋ, ਕਿਸੇ ਸਰਕਾਰੀ ਡਿਪਾਰਟਮੈਂਟ ਤੋਂ ਕੋਈ ਕੰਮ ਕਰਵਾਉਣਾ ਹੁੰਦਾ ਤਾਂ ਬਹੁਤ ਲੋਕ ਧੱਕੇ ਖਾਂਦੇ ਆ, ਧੱਕੇ ਖਾਣ ਲਈ ਮਜਬੂਰ ਹੁੰਦੇ ਆ। ਕਿਉਂ ਧੱਕੇ ਖਾਂਦੇ ਆ? ਜੇਕਰ ਤੁਸੀਂ ਉਹਨਾਂ ਧੱਕਿਆਂ ਤੋਂ ਬਚਣਾ ਹੈ ਤਾਂ ਇਹ ਇੰਟਰਵਿਊ ਤੁਹਾਡੇ ਲਈ ਬੇहद ਖਾਸ ਹੋਣ ਵਾਲੀ ਹੈ, ਕਿਉਂਕਿ ਅੱਜ ਅਸੀਂ ਜੈ ਸਿੰਘ ਮਰਾਹੜ ਕੋਲੇ ਪਹੁੰਚੇ ਹਾਂ। ਜੈ ਸਿੰਘ ਮਰਾਹੜ ਪਾਵਰ ਕੰਟਰੋਲ ਪ੍ਰਾਈਵੇਟ ਲਿਮਟਿਡ ਜਿੱਥੇ ਅਸੀਂ ਬੈਠੇ ਹਾਂ ਇਸ ਜਗ੍ਹਾ 'ਤੇ ਸਾਡੇ ਨਾਲ ਜੈ ਸਿੰਘ ਜੀ ਮੌਜੂਦ ਨੇ। ਇਹ ਦੱਸਣਗੇ ਕਿਵੇਂ ਤੁਸੀਂ ਜਿਹੜਾ ਇਹਨਾਂ ਸਾਰੇ ਧੱਕਿਆਂ ਤੋਂ ਬਚ ਸਕਦੇ ਹੋ, ਜਿਹੜੇ ਤੁਸੀਂ ਸਰਕਾਰੀ ਦਫ਼ਤਰਾਂ ਦੇ ਵਿੱਚ ਜਾ ਕੇ ਧੱਕੇ ਖਾਂਦੇ ਹੋ, ਇਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਮਿਹਰਬਾਨੀ। ਜੈ ਸਿੰਘ ਜੀ, ਜਿਵੇਂ ਆਪਾਂ ਗੱਲ ਕੀਤੀ ਹੈ, ਹੁਣੇ ਸ਼ੁਰੂ ਕੀਤੀ ਆ ਕਿ ਆਮ ਲੋਕ ਜਦੋਂ ਦਫ਼ਤਰਾਂ ਜਾਂਦੇ ਨੇ ਤਾਂ ਧੱਕੇ ਖਾਂਦੇ ਨੇ, ਧੱਕੇ ਹੀ ਹੁੰਦੇ ਨੇ। ਲੋਕਾਂ ਦੇ ਕੰਮ ਛੋਟਾ ਜਿਹਾ ਹੁੰਦਾ, ਆਧਾਰ ਕਾਰਡ ਜਾਂ ਪੈਨ ਕਾਰਡ ਅਪਡੇਟ ਕਰਵਾਉਣਾ ਹੁੰਦਾ ਜਾਂ ਬਣਵਾਉਣਾ ਹੁੰਦਾ, ਧੱਕੇ ਖਾਣ ਲਈ ਮਜਬੂਰ ਹੋ ਜਾਂਦੇ ਆ ਲੋਕ। ਕਿਉਂ ਧੱਕੇ ਖਾਂਦੇ ਆ? ਦੇਖੋ ਜੀ, ਉਹਦੇ ਪਿੱਛੇ ਜਿਹੜਾ ਸਾਡਾ ਮੌਜੂਦਾ ਰਾਜ ਪ੍ਰਬੰਧ ਹੈ, ਇਹ ਬਹੁਤ ਵੱਡਾ ਦੋਸ਼ੀ ਹੈ। ਸਾਰੇ ਦਫ਼ਤਰ ਦੋਸ਼ੀ ਨੇ, ਇੱਕ ਨਹੀਂ ਹੈ। ਤੇ ਹੁਣ ਦਰਸ਼ਕ ਕਹਿਣਗੇ ਵੀ ਦੋਸ਼ੀ ਕਿਉਂ ਨੇ ਬਈ? ਦੇਖੋ, ਇਹਦੇ ਪਿੱਛੇ ਇੱਕ ਵਜ੍ਹਾ ਹੈ ਵੀ ਕਿਸੇ ਵੀ ਜੋ ਅਸੀਂ ਕੰਮ ਕਰਵਾਉਣਾ ਚਾਹੁੰਦੇ ਹਾਂ ਕਿਸੇ ਵੀ ਦਫ਼ਤਰ ਤੋਂ, ਉਸ ਦਫ਼ਤਰ ਕੋਲੇ ਉਸ ਕੰਮ ਲਈ ਲੋੜੀਂਦੇ ਦਸਤਾਵੇਜ਼ਾਂ ਦੀ ਲਿਸਟ ਤੱਕ ਮੌਜੂਦ ਨਹੀਂ ਹੈ। ਸਭ ਤੋਂ ਵੱਡੀ ਸਿਰਦਰਦੀ। ਹੁਣ ਆਪਾਂ ਬਿਜਲੀ ਦਫ਼ਤਰ ਚਲੇ ਜਾਓ ਵੀ ਅਸੀਂ ਇੱਕ ਮੀਟਰ ਲਿਆਉਣਾ ਹੈ, ਉਹ ਕਹਿਣਗੇ ਰਜਿਸਟਰ ਦੀ ਫਾਈਲ ਲਿਆ, ਫਿਰ ਵੀ ਉਹ ਤਾਂ ਸਾਡਾ ਹੈ ਨਹੀਂ। ਚੰਗਾ, ਫਿਰ ਐਂ ਕਰ ਤੂੰ ਫਰਦ ਲਿਆ ਦੇ, ਫਿਰ ਇੱਕ ਤੂੰ ਰਾਸ਼ਨ ਕਾਰਡ ਲਿਆ ਦੇ। ਹੁਣ ਜੇ ਪੁੱਛਣ ਵਾਲਾ ਹੋਵੇ ਰਾਸ਼ਨ ਕਾਰਡ ਬੰਦ ਹੋਇਆ ਨੂੰ ਵੀ ਕਿਹੜੇ ਜ਼ਮਾਨੇ ਬੀਤ ਗਏ, ਇਹ ਰਾਸ਼ਨ ਕਾਰਡ ਹੁਣ ਵੀ ਮੰਗੀ ਜਾਂਦੇ ਨੇ। ਤੇ ਨਹੀਂ ਫਿਰ ਆਹ ਲਿਆ ਦੇ, ਉਹ ਨਹੀਂ ਫਿਰ ਦਾ ਮਤਲਬ ਕੀ ਹੁੰਦਾ? ਕੀ ਉਹਨਾਂ ਕੋਲ ਇਹ ਪਾਵਰ ਹੈ ਵੀ ਕੀ ਉਹ ਇੱਕ ਜਗ੍ਹਾ ਕੰਮ ਦੀ ਜਗ੍ਹਾ ਤੇ ਦੂਜਾ ਕਾਗਜ਼ ਲੈ ਸਕਣ? ਨਹੀਂ ਹੈ। ਪਰ ਅਸਲ 'ਚ ਇਹ ਹੈ ਵੀ ਉਹਨਾਂ ਨੂੰ ਖੁਦ ਹੀ ਪਤਾ ਨਹੀਂ ਹੈ। ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਹੈ ਵੀ ਕਿਸੇ ਵੀ ਦਫ਼ਤਰ ਕੋਲੇ ਕਿਸੇ ਕੰਮ ਲਈ ਬਕਾਇਦਾ ਫਾਰਮੈਟ ਨਹੀਂ ਹੈ। ਇਹਦੀ ਮੈਂ ਤੁਹਾਨੂੰ ਇੱਕ ਮਿਸਾਲ ਦੇਵਾਂ। ਅੱਜ ਤੋਂ 8-10 ਸਾਲ ਪਹਿਲਾਂ ਕਿਸੇ ਖਾਸ ਕਾਰਨਾਂ ਕਰਕੇ ਮੈਨੂੰ ਮੇਰੇ ਇੱਕ ਮਿੱਤਰ ਦੀ ਗੈਸ ਏਜੰਸੀ ਸੰਭਾਲਣੀ ਪਈ। ਉੱਥੇ ਵੀ ਇਹੀ ਰੇੜਕਾ ਪੈਂਦਾ ਸੀ ਵੀ ਕਾਹ ਲਿਆ, ਕਾਹ ਲਿਆ, ਕਾਹ ਲਿਆ। ਅਤੇ ਮੈਂ ਉਹਨਾਂ ਨੂੰ ਕਿਹਾ ਵੀ ਇਹ ਤਾਂ ਬੜੀ ਸਿਰਦਰਦੀ ਵਾਲੀ ਗੱਲ ਹੈ। ਅਤੇ ਮੇਰੇ 2 ਦਿਨ ਲੱਗੇ। ਮੈਂ ਉਹਦੇ ਵਿੱਚ ਕਿਹਾ ਵੀ ਨਵੀਂ ਕਾਪੀ ਬਣਾਉਣੀ ਹੈ, ਸਿਲੰਡਰ ਗੁੰਮ ਹੋ ਗਿਆ, ਚੁੱਲ੍ਹਾ ਲੈਣਾ, ਕੁਛ ਹੋਰ ਲੈਣਾ। ਅਸੀਂ ਮੇਰੇ ਖਿਆਲ 5 ਜਾਂ 6 ਫਾਰਮੈਟ ਬਣੇ। ਮੈਂ ਉਹ ਪ੍ਰਿੰਟ ਕਢਾ ਕੇ ਉੱਥੇ ਕੰਧਾਂ 'ਤੇ ਚਿਪਕਾ ਤੇ ਅਤੇ ਇਹ ਵੀ ਹਦਾਇਤ ਕਰਤੀ ਵੀ ਜੇ ਕੋਈ ਆ ਕੇ ਮੰਗਦਾ ਤਾਂ ਉਹਨਾਂ ਦੀ ਕਾਪੀ ਵੀ ਦੇ ਦਿਓ। ਬੰਦੇ ਨੂੰ ਇੱਕ ਵਾਰ ਕਾਗਜ਼ ਤੁਸੀਂ ਪੇਪਰ ਦੇਤਾ ਵੀ ਜੇ ਇਹ ਕੰਮ ਕਰਾਉਣਾ ਹੈ ਤਾਂ ਆਹ ਜਿਹੜੇ ਦਸਤਾਵੇਜ਼ ਨੇ ਇਹ ਚਾਹੀਦੇ ਨੇ, ਇਹ ਲਿਆ, ਜਦੋਂ ਤੇਰੇ ਪੂਰੇ ਹੋ ਗਏ ਅਸੀਂ ਕੰਮ ਕਰ ਦਿਆਂਗੇ। ਪਰ ਸਾਡੇ ਇਹ ਕਲਚਰ ਇਹ ਨਹੀਂ। ਤੁਸੀਂ ਜਾਓ अर्जी नवीसा को चले जाने, आ काम कराने, हाँ हो जूगा, ले फड़ा लिख के कट 200 रुपया पैसे ले ले। फिर ऐ करें हुण एक आप कागज भी लें, एक आ भी लें, एक आ भी लें, और तुसीं जोर ला लो सोनू करे ਉਹਦੇ हथ नाल लिख के नहीं देऊगा भी आ कागज चाहिए ने, क्योंकि उन्होंने खुद भी कॉन्फिडेंट नहीं है। जे 5 कागज मंग चाहिए ने ना तो उन्हें 15 मंग लेने ने। ਉਹਨੂੰ ਆਪਦਾ ਵੀ ਪਾਲਾ ਮਾਰਦਾ ਹੁੰਦਾ ਵੀ ਕਿਤੇ ਇਹਦੀ ਲੋੜ ਨਾ ਪੈ ਜਾਏ, ਇਹਦੀ ਨਾ ਲੋੜ ਪੈ ਜਾਏ, ਜਿਹੜਾ ਲੱਗੂ ਲਾ ਦਾਂਗੇ। ਬੇਮਤਲਬ ਸਾਡਾ ਟਾਈਮ ਜਾਇਆ ਹੋ ਰਿਹਾ ਹੈ। ਬੇਮਤਲਬ ਜਿਹੜੇ ਦਾ ਕੰਮ ਐ ਬਣ ਕੇ ਚਲੋ 2 ਦਿਨ 'ਚ ਹੋਣਾ ਉਹ 20 ਦਿਨ 'ਚ ਨਹੀਂ ਹੁੰਦਾ। ਕਿਉਂ? ਇਹਨਾਂ ਨੂੰ ਕਾਗਜ਼ਾਂ ਦਾ ਪਤਾ ਹੀ ਕੋਈ ਨਹੀਂ ਹੈ।
ਤੇ ਇਹ ਇੱਕ ਸਿੱਧਾ ਸਿੱਧਾ ਕਹਿ ਲਓ ਵੀ ਇੱਕ ਅੱਤਵਾਦ ਹੈ, ਸਿੱਧਾ ਸਿੱਧਾ ਅੱਤਵਾਦ ਹੈ। ਕੋਈ ਬੰਦਾ ਜਾਂਦਾ ਹੈ ਵੀਰ ਮੇਰਿਆ, ਘੱਟੋ ਘੱਟ ਵੀ ਜੇ ਆਪਾਂ ਇੱਕ ਦਿਹਾੜੀਆ ਵੀ ਲਾ ਲਈਏ 400 ਰੁਪਏ ਦੀ ਦਿਹਾੜੀ ਛੱਡ ਕੇ ਬੰਦਾ ਉੱਥੇ ਪਹੁੰਚਦਾ ਤੇ ਗਾਹਾਂ ਉਹਨੂੰ ਅੱਧ ਵਿਚਾਲਾ ਜਾ ਕਰਕੇ। ਔਰ ਇੱਕ ਗੱਲ ਹੋਰ ਨਜ਼ਾਰੇ ਦੀ ਗੱਲ ਹੈ ਵੀ ਇਹ ਨਹੀਂ ਜਿਹੜੇ ਕਾਗਜ਼ ਤੂੰ ਉਹਨਾਂ ਨੇ ਅੱਜ ਕਹੇ ਤੇ ਅਗਲੀ ਵਾਰ ਜਾਓਗੇ ਹੋਰ ਨਹੀਂ ਮੰਗਣਗੇ, ਫਿਰ ਕਹਿਣਗੇ ਅੱਛਾ ਇੱਕ ਆ ਕੰਮ ਹੋਰ ਲਿਆ। ਯਾਨੀ 5-7 ਗੇੜੇ ਤਾਂ ਐਂ ਲੱਗ ਜਾਂਦੇ ਨੇ। ਔਰ ਜਿਹੜੇ ਉਹ ਕਾਗਜ਼ ਮੰਗਦੇ ਨੇ ਕਈ ਵਾਰੀ ਘਰਾਂ 'ਚ ਨਹੀਂ ਲੱਭਦੇ। ਦੇਖੋ ਅਨਪੜ੍ਹ ਜਨਤਾ ਸਾਡੇ, ਜੇ ਲੱਭਦੇ ਨੇ ਉਹ ਕਹਿੰਦੇ ਨੇ ਵੀ ਕਾ ਸਰਪੰਚ ਦੀ ਮੋਹਰ ਲਵਾ ਲਈ, ਹੁਣ ਸਰਪੰਚ ਨਹੀਂ ਲੱਭਦਾ, ਫਿਰ ਇੱਕ MLA ਮੰਗਾ ਲਈ, ਉਹ ਚੰਡੀਗੜ੍ਹ ਗਿਆ ਹੋਇਆ। ਇਹੀ ਕੁਛ ਸਾਡੇ ਤੋਂ ਠੀਕ ਨਹੀਂ ਆਉਂਦਾ। ਸਾਡੀ ਇੰਨੀ ਜਿਹੜੀ એનર્ਜੀ ਵੇਸਟ ਕਰਦੇ ਨੇ ਲੋਕ, ਜਿਹਦਾ ਕੋਈ ਹੱਦ ਹਿਸਾਬ ਨਹੀਂ ਹੈ। ਡਿਜੀਟਲ ਇੰਡੀਆ ਬਣਿਆ ਜੀ, ਡਿਜੀਟਲ ਇੰਡੀਆ ਬਣਨ ਤੋਂ ਬਾਅਦ ਜਦੋਂ ਗੱਲ ਕਰੀਏ ਆਧਾਰ ਕਾਰਡ ਦੇ ਨਾਲ ਲਿੰਕ ਹੋ ਗਿਆ ਸਾਰਾ ਕੁਝ। ਜੇਕਰ ਬੰਦੇ ਦੀ ਲਾਈਫ ਕਹਿ ਦਈਏ ਇੱਕ ਆਧਾਰ ਕਾਰਡ ਦੇ ਵਿੱਚ ਸੈੱਟ ਹੋ ਗਈ, ਸਾਰਾ ਡਾਟਾ ਬੰਦੇ ਦਾ ਜਿਉਣ ਤੋਂ ਲੈ ਕੇ ਮਰਨ ਤੱਕ ਦਾ ਆਧਾਰ ਕਾਰਡ 'ਚ ਜੋ ਵੀ ਡਾਕੂਮੈਂਟ ਬਣਾਉਂਦਾ ਹੈ ਬੰਦਾ। ਪਰ ਫਿਰ ਵੀ ਕੀ ਹੁੰਦਾ ਸਰਕਾਰੀ ਦਫ਼ਤਰਾਂ 'ਚ ਆਧਾਰ ਕਾਰਡ ਦੇ ਨਾਲ ਪੈਨ ਕਾਰਡ ਵੀ ਚਾਹੀਦਾ ਹੈ, ਬੈਂਕ ਦੀ ਕਾਪੀ ਵੀ ਚਾਹੀਦੀ ਹੈ, ਤੁਹਾਡਾ ਪਾਸਪੋਰਟ ਵੀ ਚਾਹੀਦਾ ਹੈ, ਫਿਰ ਆਧਾਰ ਕਾਰਡ ਟੈਸਟਡ ਚਾਹੀਦਾ ਹੈਗਾ, ਆਧਾਰ ਕਾਰਡ ਵੀ ਸਿੱਧਾ ਨਹੀਂ ਚਾਹੀਦਾ। ਸਵਾਲ ਤਾਂ ਇਹੀ ਹੈ ਵੀ ਜਦੋਂ ਆਧਾਰ ਬਣਾਇਆ ਗਿਆ ਸੀ, ਆਧਾਰ ਦਾ ਮਸਲਾ ਹੀ ਇਹ ਸੀ ਵੀ ਇਹਦੇ ਵਿੱਚ ਪੂਰੇ ਤੁਹਾਡੇ ਡਾਕੂਮੈਂਟਾਂ ਬਾਰੇ ਜਾਣਕਾਰੀ ਹੋਊਗੀ। ਸਾਡੀ ਛੋਟੀ ਜਿਹੀ ਫੈਕਟਰੀ ਹੈ, ਇਹ ਫੈਕਟਰੀ ਦਾ ਵੀ ਆਧਾਰ ਕਾਰਡ ਬਣਿਆ ਹੋਇਆ, ਉਹਦੇ 'ਚ ਸਾਰੀ ਜਾਣਕਾਰੀ ਹੈ। ਸਾਡੇ ਬੈਂਕ ਖਾਤੇ ਜੇ ਉਹ ਕਿੰਨੀ ਸਾਡੀ ਮਸ਼ੀਨਰੀ, ਉਹ 'ਚ ਸਾਰੀ ਜਾਣਕਾਰੀ ਹੁੰਦੀ ਹੈ। ਅਤੇ ਜਦੋਂ ਡਿਜੀਟਲਾਈਜੇਸ਼ਨ ਹੋ ਗਈ, ਹੋਣਾ ਤਾਂ ਇਹ ਚਾਹੀਦਾ ਸੀ ਵੀ ਇਕੱਲਾ ਆਧਾਰ ਕਾਰਡ ਦੀ ਕਾਪੀ ਹੀ ਕਾਫੀ ਹੋਵੇ। ਬਲਕਿ ਮੈਂ ਤਾਂ ਸਮਝਦਾ ਵੀ ਆਧਾਰ ਕਾਰਡ ਦੀ ਕਾਪੀ ਦੇ ਸਿਰ 'ਤੇ ਬਹੁਤ ਕ੍ਰਾਈਮ ਹੋ ਰਿਹਾ ਹੈ। ਆਧਾਰ ਕਾਰਡ ਦੀ ਕਾਪੀ ਦੇਣੀ ਵੀ ਗਲਤ ਹੈ। ਉੱਥੇ ਇੱਕੋ ਹੀ ਹੈ ਵੀ ਤੇਰਾ ਆਧਾਰ ਨੰਬਰ ਦੇ, ਵੈਰੀਫਿਕੇਸ਼ਨ ਲਈ ਫਿੰਗਰਪ੍ਰਿੰਟ ਲਾ, ਸਾਈਟ ਵੈਰੀਫਾਈ ਕਰ ਦੋ, ਗੱਲ ਖਤਮ। ਬਿਨਾਂ ਨੰਬਰ ਆਧਾਰ ਵੈਰੀਫਾਈ ਹੈ। ਇਸ ਤੋਂ ਜ਼ਿਆਦਾ ਡਾਟਾ ਦੇਣ ਦਾ ਮਤਲਬ ਨਹੀਂ ਹੈ। ਅੱਜ ਸਾਡੀਆਂ ਆ ਨੋਟਬੰਦੀ ਹੋਈ, ਕਿੰਨਾ ਘਪਲਾ ਹੋਇਆ ਸੀ ਉਦੋਂ ਵੀ ਆਧਾਰ ਕਾਰਡਾਂ ਦੇ ਸਿਰ 'ਤੇ, ਕਾਪੀਆਂ ਦੇ ਸਿਰ 'ਤੇ ਲੋਕਾਂ ਨੇ ਕਿੰਨੀ ਬਲੈਕ ਮਨੀ ਤੋਂ ਵਾਈਟ ਮਨੀ ਕਰੀ ਗਏ ਨੇ। ਇਹੋ ਜਿਹਾ ਕੁਛ ਵੀ ਚੱਲੀ ਜਾਂਦਾ। ਅਸਲ 'ਚ ਇਹ ਜਿਹੜਾ ਪੇਪਰ ਵਰਕ ਹੈ ਇਹ ਟੋਟਲੀ ਖਤਮ ਹੋਣਾ ਚਾਹੀਦਾ ਹੈ। ਇਹ ਬਿਲਕੁਲ ਗਲਤ ਹੈ। ਸਾਈਟਾਂ ਦੇ ਉੱਤੇ ਸਿੱਧਾ ਅਪਲੋਡ ਹੋਵੇ। ਪਰ ਅਸੀਂ ਇੱਕੋ ਹੀ ਗੱਲ ਕਹਿੰਦੇ ਹਾਂ ਵੀ ਜਿੰਨੇ ਪੇਪਰ ਚਾਹੀਦੇ ਨੇ ਉਹਦਾ ਫਾਰਮੈਟ ਲਾਜ਼ਮੀ ਚਾਹੀਦਾ ਹੈ। ਫਾਰਮੈਟ ਦੀ ਗੱਲ ਕਰਦੇ ਹੋ ਤੁਸੀਂ, ਫਾਰਮੈਟ ਲਾਜ਼ਮੀ ਹੋਣਾ ਚਾਹੀਦਾ। ਪਹਿਲਾਂ ਜਿਵੇਂ ਤੁਸੀਂ ਦੱਸ ਕੇ ਹਟੇ ਹੋ, ਮੈਂ ਵੀ ਬਹੁਤ ਦਫ਼ਤਰਾਂ ਦੇ ਵਿੱਚ ਦੇਖਿਆ ਕਿ ਕੋਈ ਫਾਰਮੈਟ ਨਹੀਂ ਹੁੰਦਾ। ਜਿਵੇਂ ਡਿਪਾਰਟਮੈਂਟ ਦੇ ਵਿੱਚ ਜਿਹੜੇ ਬੰਦੇ ਕੰਮ ਕਰਦੇ, ਜਿਹੜੇ ਡਿਪਾਰਟਮੈਂਟ 'ਚ ਬੰਦਾ ਜਾਂਦਾ ਹੈ ਤਾਂ ਉਹਨਾਂ ਨੂੰ ਪਤਾ ਨਹੀਂ ਹੁੰਦਾ ਖੁਦ ਨੂੰ ਵੀ ਕੀ ਕਰਨਾ। ਪਰ ਲੋਕ ਜੇ ਉੱਥੇ ਆਪਣੇ ਹੱਕਾਂ ਦੇ ਲਈ ਕੋਈ ਆਵਾਜ਼ ਚੱਕਦਾ ਤਾਂ ਡਰਦੇ ਨੇ ਲੋਕ। ਡਰਦੇ ਕਿਉਂ ਨੇ? ਕਹਿੰਦੇ ਵੀ ਤਹਿਸੀਲਦਾਰ ਕਿਤੇ ਬਾਅਦ 'ਚ ਸਾਡੀ ਰਜਿਸਟਰੀ ਨਾ ਕਰੇ। ਜੇ ਤਹਿਸੀਲਦਾਰ ਨੂੰ ਕੁਝ ਕਹਿਤਾ, ਆਧਾਰ ਕਾਰਡ ਵਾਲੇ ਨੂੰ ਜੇਕਰ ਕੁਝ ਕਹਿਤਾ, ਕਿਤੇ ਹੋਰ ਨਾ ਹੋਵੇ ਆਧਾਰ ਕਾਰਡ 'ਚ ਸਾਡਾ ਨਾਮ ਹੀ ਗਲਤ ਕਰ ਦੇਵੇ। ਨਹੀਂ, ਮੈਂ ਇਹੀ ਸਮੱਸਿਆ ਨਾ, ਗਲਤੀਆਂ ਇਹ ਕਰਨ, ਭੁਗਤਣ ਪਬਲਿਕ। ਅਸਲ ਤਾਂ ਮੈਂ ਇੱਕੋ ਗੱਲ ਕਹਿ ਰਿਹਾ ਵੀ ਜਦੋਂ ਮੁੜ ਕੇ ਅਸੀਂ ਇਸ ਕੰਡੀਸ਼ਨ 'ਤੇ ਆ ਗਏ ਵੀ ਸਭ ਕੁਛ, ਸਾਰੇ ਸਾਡੇ ਡਾਕੂਮੈਂਟਸ ਗਲਤ ਹੋ ਸਕਦੇ ਨੇ, ਪਰ ਨਾ ਸਾਡੀਆਂ ਅੱਖਾਂ ਦੀ ਸਕੈਨਿੰਗ ਗਲਤ ਹੋ ਸਕਦੀ ਹੈ, ਨਾ ਸਾਡਾ ਫਿੰਗਰਪ੍ਰਿੰਟ ਗਲਤ ਹੋ ਸਕਦਾ। ਜਦੋਂ ਮਸ਼ੀਨ ਉਹਨੂੰ ਵੈਰੀਫਾਈ ਕਰ ਰਹੀ ਹੈ ਵੀ ਹਾਂ ਇਹ ਪਰਸਨ ਹੈ ਓਕੇ, ਤਾਂ ਪਿੱਛੇ ਕੀ ਰਹਿ ਗਿਆ? ਡਨ ਹੋਣਾ ਹੀ ਚਾਹੀਦਾ। ਅਤੇ ਇਸ ਕਰਕੇ ਇਹ ਜਿਹੜਾ ਸਬਜੈਕਟ ਹੈ ਇਹ ਬਿਲਕੁਲ ਗਲਤ ਪਾਸੇ ਤੋਰ ਰਹੇ ਨੇ। ਅਤੇ ਮੈਂ ਅਗਰ ਚੰਡੀਗੜ੍ਹ ਦੀ ਵੀ ਗੱਲ ਕਰਾਂ ਤਾਂ ਮੇਰਾ ਚੰਡੀਗੜ੍ਹ ਅੱਜ ਤੋਂ 10 ਸਾਲ ਪਹਿਲਾਂ ਵਾਹ ਪਿਆ। ਮੈਨੂੰ ਵੀ ਲੱਗਿਆ ਵੀ ਹੁਣ ਇਹ ਵੀ ਖੱਜਲ ਖੁਆਰੀ ਕਰਨਗੇ, ਪਰ ਸੱਚੀ ਗੱਲ ਹੈ ਵੀ ਉੱਥੇ ਨਜ਼ਾਰਾ ਆ ਗਿਆ ਕੰਮ ਕਰਾ ਕੇ। ਉਹਨਾਂ ਨੇ ਮੈਨੂੰ ਉਸ ਟਾਈਮ 'ਚ ਆਹ 30 ਰੁਪਏ ਦੀ ਫਾਈਲ ਹੈ, ਅੱਜ ਤੋਂ 10 ਸਾਲ ਪਹਿਲਾਂ। ਹਾਂ 10 ਸਾਲ ਹੋ ਗਏ। 10 ਤਾਂ ਮੇਰਾ ਖਿਆਲ ਹੈ ਹੋ ਹੀ ਗਏ ਕੁੱਲ ਮਿਲਾ ਕੇ। ਇਹਦੇ ਵਿੱਚ ਤਾਂ ਤਰੀਕਾਂ ਵੀ ਪਈਆਂ ਹੋਈਆਂ ਨੇ, ਮੈਂ ਤੁਹਾਨੂੰ ਦੱਸ ਵੀ ਦਿਆਂਗਾ। ਪਰ ਇਹ ਜਿਹੜੀ ਫਾਈਲ ਉੱਥੋਂ ਅਸੀਂ ਲਿਆਂਦੀ, ਹਾਂ 2012 ਦੀ ਹੈ, ਰਾਈਟ 10 ਸਾਲ ਹੋ ਗਏ। 10 ਸਾਲ ਪਹਿਲਾਂ ਇਹ ਕੀ ਸੀ? ਮੋਟਰਸਾਈਕਲ ਦੀ ਇੱਕ ਦੀ ਮੈਪ ਦੀ ਕਾਪੀ ਬਦਲੀ ਕਰਾਉਣੀ ਸੀ। ਸਾਡੇ ਤਾਂ ਇੱਥੇ ਲਾ ਦੇਣਗੇ ਲਾਈਨਾਂ ਕਾਗਜ਼ਾਂ ਦੀਆਂ। ਉੱਥੋਂ 30 ਰੁਪਏ ਦੀ ਫਾਈਲ ਮਿਲੀ। ਇਹ ਫਾਈਲ ਦੇ ਵਿੱਚ ਉਹਨਾਂ ਨੇ ਇਸ ਫਾਈਲ ਤੋਂ ਬਿਨਾਂ ਕੋਈ ਕਾਗਜ਼ ਨਹੀਂ ਲੈਣਾ। ਉਹ ਕਹਿੰਦੇ ਵੀ ਜਿਹੜਾ ਕਾਗਜ਼ ਲੈਣਾ ਇਹਦੇ ਵਿੱਚ ਚਿਪਕਾ ਦੇ, ਪੱਕਾ ਹੀ ਪੇਸਟ ਕਰ ਦਿਓ। ਹੁਣ ਜਿਹੜੇ ਐਡਰੈਸ ਪਤੇ 'ਤੇ ਅਸੀਂ ਭਰਤੇ, ਜਿੱਥੇ ਇਨਫੋਰਮੇਸ਼ਨ ਮੰਗੀ ਤੀ ਭਰਤੀ, ਪਰ ਹੁਣ ਤੁਸੀਂ ਇੱਥੇ ਦੇਖੋਗੇ ਇਹਨਾਂ ਨੇ ਲਿਖਿਆ ਕਾਪੀ ਆਫ ਪੈਨ ਕਾਰਡ ਸੈਲਰ ਦਾ ਪੇਸਟ ਹੇਅਰ, ਇੱਥੇ ਪੇਸਟ ਕਰੋ। ਕਾਪੀ ਆਫ ਪੈਨ ਕਾਰਡ ਪਰਚੇਜ ਪੇਸਟ ਹੇਅਰ, ਪੇਸਟ ਹੋ ਗਿਆ।
ਯਾਨੀ ਇਸ ਫਾਈਲ ਤੋਂ ਵੇਚਣ ਵਾਲਿਆਂ ਦੇ ਦੋਨਾਂ ਦਾ ਪੈਨ ਕਾਰਡ ਆ ਗਏ। ਇਹਦੇ ਵਿੱਚ ਹੀ ਐਫੀਡੈਵਿਟ ਬਣਿਆ ਹੋਇਆ, ਇਹ ਵੀ ਨਜ਼ਾਰਾ ਦੇਖੋ। ਐਫੀਡੈਵਿਟ ਬਾਹਰੋਂ ਨਹੀਂ ਲੈਣਾ, ਇਹਦੇ ਵਿੱਚ ਹੀ ਹੈ। ਸੈਲਰ ਦਾ ਪਰਚੇਜ਼ ਦਾ ਵਿੱਚੇ ਭਰਿਆ ਜਾਊ, ਵਿੱਚੇ ਟੈਸਟ ਹੋਊ, ਐਵਰੀਥਿੰਗ ਵਿੱਚੇ ਹੋਊਗਾ। ਇਹ ਪੂਰਾ ਹੋ ਗਿਆ। ਤੇ ਅੱਗੇ ਦੇਖੋ, ਹੁਣ ਇਹਨਾਂ ਨੇ ਲਿਖਿਆ ਚੈਸੀ ਤੇ ਇੰਜਨ ਨੰਬਰ, ਪੇਸਟ ਹੇਅਰ, ਰਗੜ ਕੇ ਟ੍ਰੇਸ ਕਰੋ, ਇਸੇ ਪੇਜ ਤੇ ਹੋਊਗਾ। ਇੱਥੇ ਇੰਸ਼ੋਰੈਂਸ ਦੀ ਕਾਪੀ ਚੇਪੋ, ਉਹ ਵੀ ਚੇਪਤੀ। ਆਹ ਬਰਥ ਪ੍ਰੂਫ, ਇਹ ਵੀ ਚੇਪਤਾ। ਤੇ ਇੱਥੇ ਇਹਨਾਂ ਨੇ ਲਿਖਿਆ ਸਿਗਨੇਚਰ ਦੀ ਆਇਡੈਂਟੀਫਿਕੇਸ਼ਨ, ਨਾਲ ਬਕਾਇਦਾ ਲਿਖਿਆ ਵੀ ਇਹਨੂੰ ਮੈਜਿਸਟਰੇਟ ਵਿੱਚ ਲੇ ਟੈਸਟ, ਫੋਟੋ ਟੈਸਟ ਨਾਲ ਕਰ ਸਕਦਾ। ਕਿਹੜਾ ਕਿਹੜਾ ਕਰ ਸਕਦਾ? ਗਸਟਡ ਅਫੀਸਰ, ਐਗਜ਼ੀਕਿਊਟਿਵ ਮੈਜਿਸਟਰੇਟ ਵਿਦ ਲੇ ਟੈਸਟ ਫੋਟੋ ਅਟੈਸਟਡ, ਉਹ ਇਹਨੂੰ ਟੈਸਟ ਕਰ ਸਕਦਾ। ਕਾਪੀ ਕੰਪਲੀਟ, ਉੱਥੇ ਫਾਈਲ ਫੜਾਓ ਵੀ ਆ ਚੱਕੋ ਕੰਮ। ਆ ਤਾਂ ਚੰਡੀਗੜ੍ਹ ਦੀ ਤੁਸੀਂ ਗੱਲ ਕਰਦੇ ਹੋ, ਪਰ ਉਰੇ ਦੇ ਪੰਜਾਬ 'ਚ ਕਿਸੇ ਨੇ ਮੋਟਰਸਾਈਕਲ ਦੀ ਆਰਸੀ ਆਪਦੇ ਨਾਂ ਕਰਵਾਉਣੀ ਹੋਵੇ ਤਾਂ ਮੋਟਰਸਾਈਕਲ ਖਰੀਦ ਕੇ ਦੁਬਾਰਾ ਨਾਂ ਕਰਾਉਂਦਾ ਬੰਦਾ। ਬੜੀ ਵੱਡੀ ਲੁੱਟ ਹੁੰਦੀ ਹੈ ਜਦੋਂ ਮੋਟਰਸਾਈਕਲ ਕਿਸੇ ਨੇ ਜਾਂ ਗੱਡੀ ਨਾਂ ਕਰਾਉਣੀ ਹੁੰਦੀ ਹੈ। ਆਮ ਦਫ਼ਤਰ 'ਚ, ਆਰਟੀਓ ਦਫ਼ਤਰ 'ਚ ਲੋਕ ਜਾਣੋਂ ਡਰਦੇ ਆ। ਬਾਹਰ ਇੱਥੇ ਤਾਂ ਏਜੰਟ ਬੈਠੇ ਨੇ, ਸ਼ਾਇਦ 200 ਜਾਂ 400 ਰੁਪਈਆ ਸਰਕਾਰੀ ਫੀਸ ਲੱਗਦੀ ਹੋਵੇ ਟਰਾਂਸਫਰ ਦੀ, ਪਰ ਜਿਹੜੇ ਏਜੰਟ ਬੈਠੇ ਆ ਉਹ ਸਿੱਧਾ ਸੌਦੇਬਾਜ਼ੀ ਹੁੰਦੀ ਹੈ ਕਿ 2000 ਰੁਪਈਆ ਦੇ ਦੀ ਜਾਂ 4000 ਦੇ ਦੀ, ਤੇਰੀ ਆਰਸੀ ਟਰਾਂਸਫਰ ਹੋ ਜਾਊ। ਬੰਦਾ ਅੱਕ ਜਾਂਦਾ ਹੈ। ਬੰਦਾ ਇੱਕ ਗੇੜਾ ਲਾਇਆ, ਦੋ ਗੇੜਾ ਲੈ ਕੇ ਲੱਗਦਾ ਵੀ 400, ਮੈਂ 2000 ਰੁਪਏ ਇਹ ਮੰਗ ਰਿਹਾ, 800 ਰੁਪਏ ਦੀ ਮੈਂ ਦਿਹਾੜੀਆਂ ਖਰਾਬ ਕਰਤੀਆਂ, ਹਲੇ ਇਹਨਾਂ ਦਾ ਨਹੀਂ ਪਤਾ ਵੀ ਕਿੰਨਾ ਕਰਨਗੇ। ਮੇਰਾ ਖੁਦ ਸਾਂਝ ਕੇਂਦਰ ਨਾਲ ਵਾਹ ਪਿਆ, ਉਹਨਾਂ ਦੀ ਬੰਦੇ ਨੇ ਫਾਰਮ ਭਰਿਆ, ਉਹਨਾਂ ਦੇ ਬੰਦੇ ਨੇ ਮੈਥੋਂ ਫਾਰਮ ਦੇ 100 ਰੁਪਇਆ ਲੈ ਲਿਆ, 100 ਰੁਪਇਆ ਭਰਾਈ ਲੈ ਲਿਆ, ਦੇਤੇ, ਚਲੋ ਉਹਨਾਂ ਦੀ ਫੀਸ ਰੱਖੀ ਹੋਈ ਹੈ। ਮੈਂ ਕਾਊਂਟਰ ਦੇ ਅੰਦਰ ਦਿੱਤਾ ਹੈ ਤਾਂ ਉਹ ਬੰਦਾ ਕਹਿੰਦਾ ਵੀ ਇਹ ਫਾਰਮ ਗਲਤ ਹੈ, ਇਹ ਨਹੀਂ ਲੱਗਦਾ। ਹੁਣ ਇਹ ਨਹੀਂ ਪਤਾ ਵੀ ਉਹ ਗਲਤ ਹੈ ਕਿ ਇਹ ਗਲਤ ਹੈ। ਇੱਕੋ ਹੀ ਦਫ਼ਤਰ ਦੇ ਕਰਮਚਾਰੀ ਨੇ, ਉਹ ਬੰਦਾ ਕਹਿੰਦਾ ਚੱਕ ਹੋਰ ਲੈ ਕੇ ਆਓ। ਦੇਖੋ ਮੇਰੀ ਬੜੀ ਬਹਿਸ ਹੋਈ ਹੈ, ਮੈਂ ਉਹਨੂੰ ਇੱਕੋ ਹੀ ਕਿਹਾ ਵੀ ਭਰਾਵਾ ਇਹ ਸਾਂਝ ਕੇਂਦਰ ਤਾਂ ਚੱਲੂ, ਪਹਿਲਾਂ ਤੂੰ ਮੈਨੂੰ ਇਹਦੇ ਲੋੜੀਂਦੇ ਕਾਗਜ਼ਾਂ ਦਾ ਫਾਰਮੈਟ ਦੇ। ਹੁਣ ਮੈਨੂੰ ਕੀ ਪਤਾ ਵੀ ਤੂੰ ਝੂਠ ਬੋਲਦਾ ਜਾਂ ਉਹ ਝੂਠ ਬੋਲਦਾ, ਜਾਂ ਤੁਸੀਂ ਦੋਏ ਬੇਵਕੂਫ ਹੋ। ਹੁਣ ਮੈਂ ਬੇਵਕੂਫ ਲਫ਼ਜ਼ ਵਰਤੂੰ? ਸੀਟਾਂ 'ਤੇ ਬੈਠੇ ਨੇ, ਉਹਨਾਂ ਨੇ ਰੋਣਾ ਧੋਣਾ ਸ਼ੁਰੂ ਕਰਤਾ। ਅਸੀਂ ਤਾਂ ਜੀ 8000 ਲੈਂਦੇ, 10000 ਲੈਂਦੇ। ਅਸੀਂ ਕਹਿੰਦੇ ਵੀ 8-10 ਹਜ਼ਾਰ ਲੈਣ, ਤੁਸੀਂ ਪਬਲਿਕ ਨੂੰ ਖੱਜਲ ਕਰਨਾ। ਜੇ ਤੁਸੀਂ ਅਣਜਾਣ ਹੋ, ਇਹਦਾ ਮਤਲਬ ਪਬਲਿਕ ਹੈਰਾਨ ਹੋਵੇ ਤੁਹਾਡੇ 8-10 ਹਜ਼ਾਰ ਪਿੱਛੇ। ਤੁਹਾਡੀਆਂ ਨਿਰਧਾਰਿਤ ਕੀਤੀਆਂ ਫੀਸਾਂ ਅਸੀਂ ਦਿੱਤੀਆਂ ਨੇ ਅਤੇ ਤੁਹਾਨੂੰ ਕਾਗਜ਼ਾਂ ਦਾ ਵੀ ਪਤਾ ਨਹੀਂ ਹੈ। ਇਹ ਸਿੱਧਾ ਇੱਕ ਅੱਤਵਾਦ ਕ੍ਰੀਏਟ ਹੋਇਆ ਹੈ ਵੀ ਕਿਸੇ ਦੀਆਂ 1000-2000 ਦੀਆਂ ਦਿਹਾੜੀਆਂ ਬਣਾ ਦਿਓ, ਉਦੋਂ ਬਾਅਦ ਤੁਸੀਂ 2000 ਵੀ ਛੱਡੋਗੇ, ਜੇ 4000 ਵੀ ਤੁਸੀਂ ਅਗਲੇ ਨੇ ਮੰਗ ਲਿਆ ਵੀ ਏਜੰਟ ਨੇ। ਏਜੰਟ ਕੀ ਹੈ? ਉਹ ਬਾਇਆ ਮੀਡੀ ਹੈ, ਸਾਰਾ ਵੰਡ ਕੇ ਖਾਂਦੇ ਨੇ। ਉੱਥੇ ਇੱਕੋ ਹੀ ਮਸਲਾ ਹੁੰਦਾ ਵੀ ਤੁਸੀਂ ਕਾਊਂਟਰ 'ਤੇ ਹੈਰਾਨ ਕਰੋ, ਅਸੀਂ ਆਪੇ ਸਾਂਭ ਲਾਂਗੇ। ਪੂਰਾ ਸਾਰਾ ਇਨਵੋਲਵ ਹੈ। ਅਤੇ ਉਸ ਤੋਂ ਬਾਅਦ ਫਿਰ ਇਹ ਕੰਮਾਂ ਨੂੰ ਹਾਲ ਖਰਾਬ ਕਰਦੇ ਨੇ। ਚਾਹੇ ਤੁਸੀਂ ਬਿਜਲੀ ਦਫ਼ਤਰ ਵਗ ਜਾਓ, ਚਾਹੇ ਮਾਲ ਮਹਿਕਮੇ 'ਚ ਵਗ ਜਾਓ, ਯਾਨੀ ਜੋ ਕਾਗਜ਼ ਉਹਨਾਂ ਦੇ ਮੂੰਹ ਆਇਆ ਉਹਨਾਂ ਨੇ ਮੰਗ ਲੈਣਾ, ਚਾਹੇ ਉਹਦੀ ਉੱਥੇ ਲੋੜ ਹੈਗੀ ਚਾਹੇ ਨਾ ਹੈਗੀ, ਔਰ ਕਿਸੇ ਨੂੰ ਉਹਨਾਂ ਚੀਜ਼ਾਂ ਬਾਰੇ ਪਤਾ ਨਹੀਂ ਹੈ। ਇਹਦਾ ਫਿਰ ਹੱਲ ਜੇ ਆਪਾਂ ਗੱਲ ਕਰ ਲਈ ਜੈ ਸਿੰਘ ਜੀ, ਇਹਦਾ ਹੱਲ ਵੀ ਹੋਣਾ ਜ਼ਰੂਰੀ ਹੈ ਨਾ, ਸੋਲਿਊਸ਼ਨ ਵੀ ਇਹਦਾ ਹੋ ਸਕਦਾ। ਕਿਵੇਂ ਹੋ ਸਕਦਾ ਇਹਦਾ ਹੱਲ? ਇਹਦਾ ਜਿਹੜਾ ਹੱਲ ਹੈ ਜੀ, ਦੇਖੋ ਜਿੰਨੀ ਦੇਰ ਪਬਲਿਕ ਇਸ ਗੱਲ ਦਾ ਡੰਡਾ ਨਹੀਂ ਚੱਕਦੀ ਵੀ ਕਿਸੇ ਵੀ ਵਿੰਡੋ 'ਤੇ ਜਾਂਦੇ ਆ ਵੀ ਪਹਿਲਾਂ ਫਾਰਮੈਟ ਦਿਓ। ਔਰ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਿਆਂ ਵੀ ਮੇਰੇ ਉਸ ਹੱਲੇ ਹੰਗਾਮੇ ਤੋਂ ਬਾਅਦ ਬਕਾਇਦਾ DC ਤੱਕ ਉਹ ਰਿਪੋਰਟ ਪਹੁੰਚੀ ਵੀ ਕਿਸੇ ਖਪਤਕਾਰ ਨੇ ਬਹੁਤ ਰੌਲਾ ਪਾਇਆ, ਉਹਨੇ ਫਾਰਮੈਟ ਮੰਗਿਆ, ਸਾਨੂੰ ਫਾਰਮੈਟ ਉਪਲਬਧ ਕਰਾਓ। ਫਾਰਮੈਟ ਬਣੇ। ਜੇ ਅਸੀਂ ਕੋਸ਼ਿਸ਼ ਹੀ ਨਹੀਂ ਕਰਾਂਗੇ, ਵਿਚਾਰੇ ਬਣ ਕੇ ਖੜ ਜਾਂਗੇ, ਫਿਰ ਨਹੀਂ ਇਹ ਕੰਮ ਹੁੰਦਾ। ਇੱਕ ਸਾਡੀ ਤਰਾਸਦੀ ਇਹ ਹੈ ਵੀ ਅਸੀਂ ਕੰਮ ਕਰਾਉਣਾ ਚਾਹੁੰਦੇ ਹਾਂ ਐਨ ਸਿਰੇ 'ਤੇ ਜਾ ਕੇ। ਅਸੀਂ ਤਾਂ ਲੁਧਿਆਣੇ ਵੀ ਮਰੀਜ਼ ਉਦੋਂ ਚੱਕਦੇ ਜਦੋਂ ਪਤਾ ਹੁੰਦਾ ਵੀ ਹੁਣ ਤਾਂ ਸਾਹ ਮੁੱਕ ਗਏ ਲਗਭਗ, ਇੱਥੇ ਡਾਕਟਰ ਨੇ ਨਾ ਕਹਿਤੀ ਹੁਣ ਚੱਕ ਲਓ। ਅਸੀਂ ਤੇਜ਼ੀ ਨਾਲ ਦਫ਼ਤਰਾਂ ਮੂਹਰੇ ਜਾ ਖੜੇ ਹੁੰਦੇ ਹਾਂ, ਉੱਥੇ ਫਿਰ ਬਲੈਕਮੇਲ ਕਰਨ ਦੇ ਭਰਾਵਾ ਇਹ ਤਰੀਕੇ ਨੇ। ਟਾਈਮ ਰਹਿੰਦੇ ਅਸੀਂ ਵੀ ਕੋਈ ਕਾਗਜ਼ ਦਰੁਸਤ ਨਹੀਂ ਕਰਾਉਂਦੇ, ਮੈਂ ਵੀ ਨਹੀਂ ਕਰਾਉਂਦਾ, ਮੈਂ ਵੀ ਉਹਨਾਂ ਵਿੱਚ ਮੂਰਖਾਂ 'ਚ ਸ਼ਾਮਲ ਹਾਂ, ਕੋਈ ਵੱਡਾ ਨਹੀਂ ਹਾਂ। ਅਤੇ ਪਰ ਇਹ ਹੈ ਵੀ ਅਸੀਂ ਇਹੀ ਚਾਹੁੰਦੇ ਹਾਂ ਵੀ ਸਾਨੂੰ ਜੇ ਸਾਡੇ ਕੋਈ ਸਰਕਾਰ ਨਾਮ ਦੀ ਚੀਜ਼ ਹੈਗੀ ਜਾਂ ਕੋਈ ਇਮਾਨਦਾਰ ਅਫਸਰ ਜਾਂ ਦੇਖਦਾ ਜਾਂ ਸਮਾਜ ਸੇਵੀ, ਵੀ ਇਹਨਾਂ ਦਫ਼ਤਰਾਂ ਦੇ ਵਿੱਚ ਜਿਹੜੇ ਫਾਰਮੈਟ ਨੇ ਉਹ ਸਟੈਂਡਰਡ ਕਰਵਾਏ ਜਾਣ, ਬਾਹਰ ਲਿਖਵਾਏ ਜਾਣ। ਉਹਦੀ ਫੀਸ ਅਸਲ ਵਿੱਚ ਤਾਂ ਆਹ ਜਿਹੜਾ ਫਾਈਲ ਮੈਨੂੰ ਅੱਛੀ ਲੱਗੀ ਕੰਮ ਇਹ ਵੀ ਇਹਦੇ ਅੰਦਰ ਹੀ ਹੈ ਸਾਰਾ ਕੁਛ। ਇੱਕ ਗੱਲ ਹੋਰ ਕਰਦੇ ਹਾਂ ਆਪਾਂ ਜੀ, ਜਿਹੜੀ ਇਹ ਫਾਈਲ ਆ, ਹਾਂਜੀ, ਤੁਸੀਂ 10 ਸਾਲ ਪਹਿਲਾਂ ਲਈ ਆ, 2012 ਦੇ ਵਿੱਚ ਇਹ ਤੁਸੀਂ ਫਾਈਲ ਲਈ ਆ, ਅੱਜ ਤੋਂ 10 ਸਾਲ ਪਹਿਲਾਂ। ਹਾਂਜੀ, ਚੰਡੀਗੜ੍ਹ ਦੀ ਗੱਲ ਕਰਦੇ ਹਾਂ ਆਪਾਂ। ਚੰਡੀਗੜ੍ਹ ਦਰਸ਼ਕੋ ਦੇਖ ਲਓ, ਚੰਡੀਗੜ੍ਹ ਦੀ ਫਾਈਲ ਆ ਇਹ।
ਜੇਕਰ ਯੂਟੀ ਦੀ ਗੱਲ ਕਰਦੇ ਹਾਂ ਆਪਾਂ ਚੰਡੀਗੜ੍ਹ ਦੀ, ਤਾਂ ਚੰਡੀਗੜ੍ਹ ਦੇ ਵਿੱਚੋਂ ਹੀ ਪੰਜਾਬ ਦੀ ਸਰਕਾਰ ਚੱਲਦੀ ਹੈ, ਚੰਡੀਗੜ੍ਹ 'ਚ ਹੀ ਬਹਿੰਦੀ ਹੈ। ਚੰਡੀਗੜ੍ਹ 'ਚ ਸਰਕਾਰ ਬਹਿੰਦੇ ਹੋਏ ਕੀ ਸਰਕਾਰ ਨੂੰ ਕਦੇ ਸਮਝ ਹੀ ਨਹੀਂ ਆਈ ਵੀ ਆਹ ਕੰਮ ਜਿਹੜਾ ਚੰਡੀਗੜ੍ਹ 'ਚ ਹੋ ਰਿਹਾ ਇਹ ਪੰਜਾਬ ਲਈ ਵੀ ਜ਼ਰੂਰੀ ਹੈ? ਬਿਲਕੁਲ ਜ਼ਰੂਰੀ ਹੈ, ਬਸ ਇਹ ਕਰਨਾ ਨਹੀਂ ਚਾਹੁੰਦੇ, ਨੀਤਾਂ ਸਾਫ਼ ਨਹੀਂ ਹੈਗੀਆਂ। ਪਰ ਮੈਂ ਪਬਲਿਕ ਨੂੰ ਇੱਕ ਗੱਲ ਕਹੂੰ ਵੀ ਵਿਚਾਰੇ ਨਾ ਬਣੋ, ਡੰਡਾ ਚੱਕੋ, ਡੰਡਾ ਚੱਕੋ। ਇਹ ਫਾਈਲ ਫਾਰਮੈਟ, ਇਹ 10 ਪੇਜ ਦੀ ਫਾਈਲ ਹੈ, ਇਹਦੇ ਕਾਗਜ਼ ਵਿੱਚ ਚਿਪਕਾਉਣੇ ਤੇ ਹੁਣ ਇਹ ਚਾਹੀਦਾ ਵੀ ਸਾਨੂੰ ਪ੍ਰਿੰਟ ਮਿਲੇ ਵੀ ਆਹ 10 ਡਾਕੂਮੈਂਟ ਚਾਹੀਦੇ ਨੇ। ਅਸੀਂ ਡਾਕੂਮੈਂਟਸ ਲੈ ਕੇ ਜਾਈਏ, ਕੱਲਾ ਕੱਲਾ ਚਾਹੇ ਉਹ ਸਕੈਨ ਫਾਰਮ 'ਚ ਹੋਵੇ, ਆਪਦਾ ਸਕੈਨ ਕਰ ਲੈਣ ਜਾਂ ਸਾਡੇ ਤੋਂ ਸਕੈਨ ਲੈ ਲੈਣ ਜਾਂ ਸਾਡੀਆਂ ਵੈਬਸਾਈਟਾਂ ਨੂੰ ਅਪਲੋਡ ਕਰਨ। ਪਰ ਆਹ ਜਿਹੜਾ ਕੁੱਤਖਾਨਾ ਬਹੁਤ ਮਾੜਾ ਹੈ। ਸਾਡੀ ਵੱਧ ਤੋਂ ਵੱਧ ਪਬਲਿਕ ਸਾਰਾ ਦਿਨ ਦਫ਼ਤਰਾਂ 'ਚ ਧੱਕੇ ਹੀ ਖਾਈ ਜਾਂਦੀ ਹੈ, ਧੱਕੇ ਹੀ ਖਾਂਦੇ ਨੇ, ਉਹ ਕੰਮ ਨਹੀਂ ਹੋ ਰਿਹਾ ਉੱਥੇ। ਮੈਂ ਮਤਲਬ ਜੇ ਰਜਿਸਟਰੀਆਂ ਦੇ ਕੰਮ 'ਚ ਤੁਸੀਂ ਦੇਖਿਓ ਸਹੀ ਕਰੇ ਜਾ ਕੇ ਗੇਮ, ਉਹ ਕਹਿਣਗੇ ਵੀ ਫਟਾਫਟ ਪੈਸੇ ਕੱਢ, ਨਹੀਂ ਤਹਿਸੀਲਦਾਰ ਉੱਠ ਖੜੂ। ਬੜਾ ਦੇਖਿਆ ਸੀ ਦਫ਼ਤਰਾਂ 'ਤੇ ਇਹੀ ਕੁਛ ਹੁੰਦਾ ਤਹਿਸੀਲਦਾਰ ਦਾ। ਜਾਂ ਮੌਕੇ ਤੇ ਉਹਨਾਂ ਨੇ ਸੱਪ ਕੱਢਣਾ ਵੀ ਆਹ ਕਾਗਜ਼ ਚਾਹੀਦਾ, ਅਗਲਾ ਕਹਿੰਦਾ ਵੀ ਇਹ ਤਾਂ ਹੁਣ ਹੈ ਨਹੀਂ, ਉਧਰੋਂ ਮੈਂ ਸਾਰੇ ਕਾਗਜ਼ ਭਰੀ ਬੈਠਾ, ਅਗਲਾ ਕਹਿੰਦਾ ਵੀ ਤੂੰ 5000 ਕੱਢ, ਮੈਂ ਕਰਾ ਦੂੰ ਆਪੇ। ਕਿਉਂਕਿ ਇਹ ਫਾਰਮੈਟ ਜਾਣ ਬੁੱਝ ਕੇ ਕ੍ਰੀਏਟ ਨਹੀਂ ਕੀਤੇ ਜਾ ਰਹੇ। ਇਹ ਮੈਂ ਇੱਕੋ ਹੀ ਗੱਲ ਸਰੋਤਿਆਂ ਨੂੰ ਕਹਿਣਾ ਚਾਹੂੰਗਾ ਵੀ ਭਰਾਵੋ, ਇਹ ਥੋੜ੍ਹਾ ਜਿਹਾ ਡੰਡਾ ਚੱਕੋ ਸਾਰਿਆਂ 'ਤੇ। ਇਹਨਾਂ ਤੋਂ ਲੜੀਂਦੇ ਫਾਰਮੈਟ ਅਸਲ ਵਿੱਚ ਬਾਹਰ ਲੱਗੇ ਹੋਣੇ ਚਾਹੀਦੇ ਨੇ। ਕਿਉਂਕਿ ਜੇ ਸਾਰੇ ਇਹ ਦਫ਼ਤਰ ਕਹਿੰਦੇ ਨੇ ਵੀ ਇਹ ਤਾਂ ਜੀ ਹੁਣ ਤਾਂ ਡਿਜੀਟਲ ਹੋ ਗਿਆ, ਉਹ ਯਾਰ ਪਬਲਿਕ ਸਾਡੀ ਇੰਨੀ ਡਿਜੀਟਲ ਨਹੀਂ ਹੋਈ, ਹਾਲੇ ਵੀ ਸਿਰਾਂ 'ਤੇ ਗੋਹਾ ਸਿੱਟੀ ਜਾਂਦੀ ਹੈ। ਉਹਨਾਂ ਨੂੰ ਇਹ ਚੀਜ਼ਾਂ ਨਹੀਂ ਸਮਝ ਆਉਂਦੀਆਂ। ਤੁਸੀਂ ਉਹਨਾਂ ਨੂੰ ਇੱਕ ਪ੍ਰਿੰਟ ਦੇ ਦਿਓ, ਜਿੱਥੇ ਇੰਨੇ ਕਾਗਜ਼ ਮੰਗੇ, ਤੁਸੀਂ ਸਾਡੇ ਤੋਂ ਇੱਕ ਕਾਗਜ਼ ਦੇਣ ਦੀ ਬਜਾਏ ਸਾਡੇ ਤੋਂ 50 ਵਾਧੂ ਇਕੱਠੇ ਕਰ ਦਿਓ ਵੀ ਕਾਹ ਲਿਆ ਕਾਹ ਲਿਆ ਕਾਹ ਲਿਆ, ਜਿਹੜੇ ਕਿ ਨਹੀਂ ਵੀ ਚਾਹੀਦੇ, ਤੁਸੀਂ ਸਾਡੇ ਉਹ ਵੀ ਮੰਗਾਈ ਜਾਂਦੇ ਹੋ। ਕਿੱਥੇ ਇੱਕ ਸਲਿੱਪ ਨਾਲ ਮਸਲਾ ਹੱਲ ਹੁੰਦਾ ਵੀ ਭਾਈ ਜਦੋਂ ਆਹ ਪੂਰੇ ਹੋ ਗਏ ਲਿਆ, ਕੰਮ ਹੋ ਜਾਊਗਾ। ਅਤੇ ਮੈਂ ਮਤਲਬ ਸਰੋਤਿਆਂ ਨੂੰ ਇਹ ਗੱਲ ਕਹਿਣੀ ਚਾਹੂੰ ਵੀ ਮਿੱਤਰੋ, ਥੋੜ੍ਹਾ ਜਿਹਾ ਜਾਗਰੂਕ ਹੋਵੋ, ਇਹਨਾਂ 'ਤੇ ਡੰਡਾ ਚਲਾਓ। ਇੱਦਾਂ ਲੋਟ ਨਹੀਂ ਆਉਣੇ ਇਹ। ਅਤੇ ਤੁਸੀਂ ਕਹੋ ਵੀ ਪੈਸੇ ਲੁਟਾਈ ਜਾਓ, ਜਿੰਨਾ ਮਰਜ਼ੀ ਪੈਸਾ ਲੁਟਾਈ ਜਾਓ, ਸਿਸਟਮ ਹੋਰ ਗੰਧਲਾ ਹੋ ਜਾਂਦਾ, ਹੋਰ ਗੰਧਲਾ ਹੋ ਜਾਂਦਾ। ਜਦ ਕਿ ਇਹ ਸਿਸਟਮ ਸੁਧਰ ਸਕਦਾ। ਮੈਂ ਤੁਹਾਨੂੰ ਦੱਸਿਆ ਵੀ ਜਦੋਂ ਮੇਰਾ 10 ਸਾਲ ਪਹਿਲਾਂ ਵਾਹ ਪਿਆ, ਮੈਂ ਇਹ ਕਾਗਜ਼ ਕੰਪਲੀਟ ਕਰਾਏ ਅਤੇ ਬੜਾ ਆਰਾਮਦਾਰੀ ਦੇ ਵੀ ਆ, ਤਾਂ ਬਹੁਤ ਵਧੀਆ ਤਰੀਕਾ ਯਾਰ, ਬਹੁਤ ਈਜ਼ੀ ਹੈ ਇਹ, ਇੱਕ ਚੱਕਰ ਦੇ ਵਿੱਚ ਜਿਹੜਾ ਸਾਰਾ ਕੰਮ ਹੋ ਜਾਂਦਾ। ਹਾਲਾਂਕਿ ਉਹਨੂੰ ਡਿਜੀਟਲਾਈਜੇਸ਼ਨ ਨਹੀਂ, ਉਦੋਂ ਪੇਪਰ ਵਰਕ 'ਤੇ ਹੈ, ਤਾਂ ਵੀ ਆਸਾਨ ਹੈ। ਇਹ ਤਾਂ ਇੱਕੋ ਕਹਿੰਦੇ ਵੀ ਵਿੱਚ ਚਿਪਕਾ ਦਿਓ, ਕੋਈ ਪੇਜ ਖਾਲੀ ਨਾ ਰਹੇ। ਉਹਨਾਂ ਨੇ ਸਿਰਫ ਕਲਰਕ ਨੇ ਉੱਥੇ ਪੇਜ ਚੈੱਕ ਕਰਨੇ ਵੀ ਪੇਜ ਪੂਰੇ ਨੇ, ਫਾਈਲ ਜਮ੍ਹਾਂ ਹੋ ਗਈ, ਕੰਮ ਮੁੱਕ ਗਿਆ। ਇਸ ਤੋਂ ਇਲਾਵਾ ਕੋਈ ਹੋਰ ਜੇਕਰ ਆਪਾਂ ਗੱਲ ਕਰ ਲਈਏ ਤਾਂ ਕੋਈ ਹੋਰ ਵੀ ਰਾਹ ਹੈਗਾ ਜਿਹੜਾ ਇਹ ਲੁੱਟ ਤੋਂ ਬਚਿਆ ਜਾ ਸਕੇ? ਹਾਂ, ਇਹਦਾ ਇੱਕ ਰਾਹ ਹੈਗਾ। ਜਿਸ ਤਰ੍ਹਾਂ ਸਾਡੇ ਪਿੰਡ ਨੇ, ਦੇਖੋ ਸਾਰੀ ਗਰੀਬ ਅਤੇ ਅਨਪੜ੍ਹ ਕਿਸਾਨੀ ਹੈ। ਅਸੀਂ ਇਹ ਸਮਝਦੇ ਵੀ ਅਗਰ ਇੱਕ ਪਿੰਡ ਦੇ ਵਿੱਚ ਅਸੀਂ 2 ਨੌਜਵਾਨਾਂ ਨੂੰ ਵੀ ਰੁਜ਼ਗਾਰ ਦੇ ਦਈਏ, ਇੱਕ ਪਿੰਡ 'ਤੇ 2, ਅਤੇ ਜਿਨ੍ਹਾਂ ਦਾ ਕੰਮ ਇੱਕੋ ਹੀ ਹੋਵੇ ਵੀ ਅਸੀਂ ਸਰਕਾਰੀ ਕੰਮ ਨੇ ਜਿਹੜੇ ਉਹਨਾਂ ਨੇ ਕਰਾਉਣੇ ਨੇ, ਉਹ ਲੜੀਂਦੇ ਆਪੇ ਫਾਰਮੈਟ ਲੈਣਗੇ, ਆਪੇ ਦਫ਼ਤਰਾਂ 'ਚ ਜਾਣਗੇ। ਕਿਉਂਕਿ ਜਦੋਂ ਖੁਦ ਖਪਤਕਾਰ ਸਾਹਮਣੇ ਜਾ ਕੇ ਖੜਾ ਹੁੰਦਾ ਹੈ, ਫਿਰ ਉਹਦੀ ਛਿੱਲ ਦੇੜਦੇ ਨੇ। ਜਦੋਂ ਪੇਪਰ ਹੀ ਕੰਪਲੀਟ ਹੋ ਕੇ ਜਾਣ ਲੱਗੇ, ਮੈਂ ਜਿਵੇਂ ਪਹਿਲਾਂ ਗੱਲ ਕੀਤੀ ਹੈ ਵੀ ਇੱਕ ਬੰਦਾ 400 ਰੁਪਏ ਦੀ ਦਿਹਾੜੀ ਛੱਡ ਕੇ ਜਾਂਦਾ। ਜੇ ਮੇਰਾ ਛੋਟਾ ਜਿਹਾ ਪਿੰਡ ਹੈ, ਕੱਕੜਵਾਲ ਪਿੰਡ ਹੈ ਮੇਰਾ, ਛੋਟੇ ਜਿਹੇ ਪਿੰਡ ਦੇ ਵਿੱਚੋਂ ਘੱਟੋ ਘੱਟ ਜੇ ਜ਼ਿਆਦਾ ਨਹੀਂ ਤਾਂ 15 ਤੋਂ 20 ਬੰਦੇ ਰੋਜ਼ ਦਫ਼ਤਰਾਂ 'ਚ ਜਾਂਦੇ ਨੇ, ਔਰ 15 ਤੋਂ 20 ਦੇ ਵਿੱਚੋਂ 1 ਜਾਂ 2 ਦਾ ਕੰਮ ਹੁੰਦਾ, ਬਾਕੀ 20 ਮੁੜੇ ਆਉਂਦੇ ਨੇ। ਠੀਕ ਹੈ ਜੀ। ਹੁਣ ਤੁਸੀਂ ਉਹਦੀ ਕੀਮਤ ਦੇਖ ਲਓ ਵੀ ਕਿੰਨਾ ਕੁ ਪੈ ਗਿਆ, 8-10 ਹਜ਼ਾਰ ਦੀਆਂ ਦਿਹਾੜੀਆਂ ਗੁੱਲ ਹੋ ਗਈਆਂ। ਮੈਂ ਕਹਿੰਦਾ ਵੀ ਜੇ 30,000 ਸਾਡਾ ਮਹੀਨੇ ਦਾ ਵੀ ਲੱਗ ਜੇ, ਅਸੀਂ 2 ਜਵਾਨਾਂ ਨੂੰ ਇੱਕੋ ਹੀ ਨੌਕਰੀ ਦੇ ਦਈਏ ਵੀ ਤੁਹਾਡਾ ਕੰਮ ਹੈ, ਸਭ ਦੇ ਕੰਮ ਕਰਾਉਣਾ, ਚਾਹੇ ਮਾਲ ਮਹਿਕਮਾ, ਚਾਹੇ ਸਾਡਾ ਬਿਜਲੀ ਮਹਿਕਮਾ, ਕੋਈ ਰੈਵਨਿਊ ਮਹਿਕਮਾ, ਕੋਈ ਹੋਰ ਕੰਮ ਹੈ, ਕੋਈ ਦਰੁਸਤ ਕਰਾਉਣੇ ਨੇ ਕਾਗਜ਼ਾਤ, ਵੀ ਇਹਨਾਂ ਨੌਜਵਾਨਾਂ ਨੂੰ ਰੁਜ਼ਗਾਰ ਦਿਓ। ਕਿਉਂਕਿ ਇੱਕ ਤਾਂ ਜਦੋਂ ਉਹ ਨੌਜਵਾਨ ਰੋਜ਼ ਦਫ਼ਤਰਾਂ ਦੇ ਵਿੱਚ ਜਾ ਕੇ ਖੜ੍ਹੇ ਹੋਣਗੇ ਤਾਂ ਉਹਨਾਂ ਨੂੰ ਖੁਦੇ ਭੇਤ ਪੈ ਜੂਗੇ ਇੱਥੇ ਕੀ ਚਾਹੀਦਾ, ਉਹਨਾਂ ਨੂੰ ਬਾਹਲਾ ਮੱਥਾ ਮਾਰਨ ਦੀ ਲੋੜ ਨਹੀਂ। ਜੇ ਕਿਸੇ ਵੀ ਦਫ਼ਤਰ ਦੇ ਵਿੱਚ ਖਪਤਕਾਰ ਨੂੰ ਸਿੱਧੇ ਪਹੁੰਚਣ ਦੀ ਲੋੜ ਵੀ ਹੈ ਤਾਂ ਉਹ ਉਹਨਾਂ ਨਾਲ ਹੀ ਜਾਊ ਅਤੇ ਆਪਦੇ ਦਸਤਖਤ ਕਰਕੇ ਚਿਹਰਾ ਦਿਖਾ ਕੇ ਵਾਪਸ ਆ ਜਾਊ, ਉੱਥੇ ਡੀਲਿੰਗ ਨਹੀਂ ਕਰੂਗਾ। ਦੇਖੋ ਸਾਡੀ ਗਰੀਬ ਲੋਕਾਂ ਨੂੰ ਬਚਾਉਣ ਦਾ ਇਹੀ ਕੋਈ ਇੱਕ ਜ਼ਰੀਆ ਵੀ ਸਾਡੇ ਥੋੜ੍ਹੇ ਜਿਹੇ ਪੈਸੇ ਲਾ ਕੇ ਅਸੀਂ ਆਪਦੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਦੇ ਦਈਏ ਅਤੇ ਸਾਡੇ ਦਫ਼ਤਰਾਂ ਦਾ ਕੰਮ ਵੀ ਦਰੁਸਤ ਹੋ ਜਾਏ ਅਤੇ ਕੰਮ ਹੋ ਵੀ ਤੇਜ਼ ਜਾਵੇ। ਇਹੀ ਇੱਕ ਜ਼ਰੀਆ ਹੈ।
ਦਰਸ਼ਕੋ, ਜੇਕਰ ਤੁਸੀਂ ਸਰਕਾਰੀ ਦਫ਼ਤਰਾਂ ਦੀ ਲੁੱਟ ਤੋਂ ਬਚਣਾ ਹੈ ਤਾਂ ਇੱਕ ਗੱਲ ਯਾਦ ਰੱਖਿਓ ਜੋ ਤੁਹਾਨੂੰ ਜੈ ਸਿੰਘ ਜੀ ਨੇ ਕਹੀ ਹੈ ਕਿ ਜੇਕਰ ਜਿਹੜਾ ਵੀ ਤੁਹਾਡਾ ਮਾਲ ਮਹਿਕਮਾ ਹੈ, ਜਿਸ ਦਫ਼ਤਰ 'ਚ ਤੁਸੀਂ ਕੰਮ ਕਰਵਾਉਣ ਜਾ ਰਹੇ ਹੋ, ਤਾਂ ਉਸ ਕੰਮ ਲਈ ਜਿਹੜਾ ਲੋੜੀਂਦਾ ਫਾਰਮੈਟ ਜ਼ਰੂਰ ਮੰਗੋ। ਪਹਿਲਾਂ ਫਾਰਮੈਟ ਮੰਗਣ ਤੋਂ ਬਾਅਦ ਹੀ ਜਿਹੜਾ ਅਗਲਾ ਸਟੈਪ ਪੱਟੋ ਤੇ ਤੁਹਾਡਾ ਜਿਹੜੀ ਖੱਜਲ ਖਵਾਰੀ ਹੈ ਉਹ ਤੋਂ ਤੁਸੀਂ ਬਚ ਸਕਦੇ ਹੋ। ਬਾਕੀ ਤੁਸੀਂ ਆਪਣੇ ਹੱਕਾਂ ਦੇ ਲਈ ਖੁਦ ਅਵੇਅਰ ਹੋ। ਦਰਸ਼ਕੋ, ਸਾਡੇ ਵੱਲੋਂ ਵੀ ਤੁਹਾਨੂੰ ਇਹੀ ਗੁਜ਼ਾਰਿਸ਼ ਹੈ, ਚੈਨਲ ਸੀਰਤ ਪੰਜਾਬ ਜੀ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਜੀ ਬਹੁਤ ਬਹੁਤ ਧੰਨਵਾਦ। ਬਹੁਤ ਮਿਹਰਬਾਨੀ।